ਜਿਵੇਂ ਸਾਡਾ ਖਾਣਾ ਖਰਾਬ ਹੋ ਰਿਹਾ ਹੋਣਾ ਇਹਨਾਂ ਦਾ ਵੀ ਹੈ ਜੀ। ਮੈਂ ਤਾਂ ਕਹਿੰਦਾ ਜੰਗ ਲੱਗੇ ਵਾਹ ਸਾਰੀ ਉਹ 5-7 ਮਜ਼ਾਇਲ ਇੱਧਰ ਵਜਣ ਕੋਈ 10-12 ਇੰਡੀਆ 'ਚ ਵਜਣ ਸਾਰਜੈਂਟ ਅਗੇ ਇੰਜ ਹੱਥ ਜੋੜੀ ਚੱਲਾ ਮੈਂ ਪਿਓ ਕੇ ਬੰਦਾ ਇੰਜ ਹੱਥ ਜੋੜ ਲਵੇ ਨਾ ਉਹ ਪਿਓ ਰਹਿਮ ਕਰ ਜਾਂਦਾ। ਸਾਰਜੈਂਟ ਅਗੇ ਇੰਜ ਹੱਥ ਜੋੜ ਗੋਡੀ ਹੱਥ ਤੇਰੀ ਮਿਹਰਬਾਨੀ ਮਾਫੀ ਦੇ ਦੇ। ਉਹ ਕਹਿੰਦਾ ਤੂੰ ਚੜ੍ਹ ਮੇਰੇ ਬਸ ਮਰਨ ਵਾਲਾ ਮਕਾਮ ਹੀ ਬਸ ਥੋੜੇ ਦੇਰ ਹੀ ਬਾਹਰ ਮਰਨ ਵਾਲੀ ਲੁੱਟਣ ਵਾਲੀ ਹੈ ਕੋਈ ਮੁਲਕ ਨੂੰ ਸਵਾਰਨ ਵਾਲਾ ਨਹੀਂ ਹੈ। ਨਵਾਜ਼ ਸ਼ਰੀਫ ਹੈ ਉਹਨੇ ਉਸ ਤੋਂ ਵੱਡਾ ਰਿਸ਼ਤਾ ਬੁਰੇ ਹਾਲ ਹੀ ਨੇ ਕਾਰੋਬਾਰ नहीं है। पेट्रोल वो एडा महंगा कुआरी है 40 रुपए ਤੇ ਫਿਰ 40 ਹੁਣ 32 ਬਣਾ ਕੇ ਬੰਦਾ ਲੈ ਲਵੇ ਬਸ। 400 ਰੁਪਏ ਲੀਟਰ ਪੈਟਰੋਲ ਹੈ ਤੇ ਬਹੁਤ ਮੁਸ਼ਕਲ ਸਵਾਰੀ ਹੈ ਨੇ ਤੇ ਸਾਰੀ ਗੱਲ ਹੈ ਜਿਨ੍ਹਾਂ ਦੇ ਦੋ ਬੱਚੇ ਨੇ ਘਰ ਕਿਰਾਏ ਤੇ ਆ ਉਹ ਕਿਵੇਂ ਆਪਣੀ ਜ਼ਿੰਦਗੀ ਬਸਰ ਕਰਨਗੇ ਬਹੁਤ ਮੁਸ਼ਕਲ ਹੈਗਾ। ਬੰਦੇ ਪੁੱਲ ਤੇ ਚੜ ਕੇ ਛਾਲ ਮਾਰ ਹੋਰ ਕੁਛ ਨਹੀਂ। ਕਪਾਰੀ ਕੰਮ ਜਿਹੜੇ ਨਾ ਉਹ ਜਲਾਲਤ ਹੈ। ਨਵਾਜ਼ ਸ਼ਰੀਫ ਵਰਗੇ ਇਲੈਕਸ਼ਨ ਜਿੱਤ ਗਿਆ ਤੇਰੇ ਕੋਲ ਵੋਟ ਲਿਆ ਇਹਦੇ ਕੋਲ ਲਿਆ ਤੇਰੇ ਕੋਲ ਲਿਆ ਮਰੀਮ ਸਾਡੀ ਕੀ ਲੱਗਦੀ ਅਗਰ ਮਰੀਮ ਕਹੇ ਮੈਂ ਮਹਿੰਗਾਈ ਘੱਟ ਕਰ ਦਾਂਗੇ ਮਰੀਮ ਨੂੰ ਵੋਟ ਦਿਓਗੇ? ਕਦੀ ਵੀ ਨਹੀਂ ਦਿਆਂਗੇ ਪਾੜ ਕੇ ਸੁੱਟ ਦਿਆਂਗੇ ਦੇਣਾ ਨਹੀਂ। ਉਹ ਕਰਦੇ ਕੀ ਨੇ ਸਾਡੇ ਵਾਸਤੇ ਕੀ ਕੀਤਾ ਨੇ ਦੱਸੋ ਨਾ। कैसे बुजुर्गो बुरे हाल ही ने क्या मतलब? गर्मी बड़ी पै रही कारोबार नहीं है महंगाई बहुत ज्यादा गरीब आदमी वास्ते ना जो वक्त जा रहे बस मरने वाला मकाम ही बस थोड़े देर ही वहां मरने वाली और मरेगी कोई इतनी मायूसी मायूसी की मायूसी भैन दी पेट्रोल वो एडा महंगा कुआरी है ਇੱਥੇ ਦੇ ਇੱਥੇ ਫੇਰੇ 3 ਘੰਟੇ ਬਾਅਦ ਵਾਰੀ ਆਂਦੀ ਉਹ ਵੀ ਲੜ ਲੜ ਕੇ ਇੱਕ ਫੇਰਾ 2 ਲੱਖ ਦੇ ਕੰਮ ਹੈ ਕੋਈ ਤੇ ਮਹਿੰਗਾਈ ਨਹੀਂ ਤੇ ਹੋਰ ਕੀ ਗਰੀਬ ਆਦਮੀ ਮਰੇਗਾ ਨਹੀਂ ਤੇ ਹੋਰ ਕੀ ਕਰੇਗਾ ਦੱਸ ਰਿਹਾ ਮੈਨੂੰ ਦੱਸੋ ਇੰਨੀ ਪਰੇਸ਼ਾਨੀ ਭਾਈ ਤੁਸੀਂ ਦੱਸੋ ਨਾ ਤੁਹਾਨੂੰ ਨਹੀਂ ਸਮਝ ਆ ਰਹੀ ਕਿ ਕੀ ਹਾਲਾਤ ਹੈਗੇ ਮੁਲਕ ਦੇ। ਮੈਂ ਤਾਂ ਕਹਿੰਦਾ ਜੰਗ ਲੱਗੇ ਵਾਹ ਸਾਰੀ ਉਹ 5-7 ਮਜ਼ਾਇਲ ਇੱਧਰ ਵਜਣ ਕੋਈ 10-12 ਇੰਡੀਆ 'ਚ ਵਜਣ ਉਧਰ ਵੀ ਵਾਮ ਘਟੇ ਇੱਧਰ ਵੀ ਵਾਮ ਘਟੇ ਕੋਈ ਹਾਲਾਤ ਥੋੜੇ ਜਿਹੜੇ ਆਉਣ ਵਾਲੀ ਨਸਲ ਉਹਨਾਂ ਦੇ ਹਾਲਾਤ ਥੋੜੇ ਬਿਹਤਰ ਹੋ ਕੀ ਸਮਝੋ ਇੰਜ ਦੇ ਹਾਲਾਤ ਹੋਏ ਪਏ ਅੱਲਾ ਦੇ ਬੰਦਿਆਂ ਜਿਸ ਘਰ ਦੇ ਵਿੱਚ ਮਕਾਨ ਕਿਰਾਏ ਦਾ ਕੁੜੇ ਕਿਰਾਏ ਦਾ ਇੰਜ 20,000 ਦੇ 25,000 ਦੇ ਗਰੀਬ ਆਦਮੀ ਕਿੱਥੋਂ ਲੈ ਕੇ ਆਵੇ ਦਿਹਾੜੀ ਕਿੰਨੀ ਦਿਹਾੜੀ ਦੱਸ ਜਾਣੇ ਤੂੰ ਦਾ ਦਿਹਾੜੀ ਕਿੰਨੀ ਬਣ ਜਾਂਦੀ 1000 ਤੋਂ 1500 ਹੈ 1000 ਤੋਂ 1500 ਰੁਪਏ ਦਿਹਾੜੀ ਬਣ ਉਹਦੇ ਤੁਸੀਂ ਕਿਰਾਇਆ ਕੱਢੋਗੇ ਬਿੱਲ ਕੱਢੋਗੇ ਘਰ ਦੇ ਖਰਚਾ ਚਲਾਓਗੇ ਭੈਣਾਂ ਭਰਾਵਾਂ ਜਾਓਗੇ ਜੀ ਬਿਮਾਰ ਹੋ ਗਿਆ ਉਹਦੀ ਦਵਾਈ ਲਓ ਕੀ ਕਰੋਗੇ ਦੱਸੋ ਕੁਛ ਬਣਦਾ ਤਾਂ ਫਿਰ ਕਿੰਨੇ ਪੈਸੇ ਡੇਲੀ ਦੇ ਕਮਾ ਲੈਂਦੇ ਹੋ? ਅਸੀਂ 1200 1300 1400 ਉਹਦੇ ਚੋਂ ਪੈਟਰੋਲ ਆਪਣਾ ਹੁੰਦਾ ਠੀਕ ਹੈ 1000 ਰੁਪਇਆ ਕੋਈ ਲੈ ਰਿਹਾ ਦਿਹਾੜੀ ਕੋਈ 1500 ਲੈ ਰਿਹਾ ਜਿਹੜੇ 1500 ਲੈਂਦੇ ਨੇ ਉਹ ਇੱਥੇ ਖਲੋ ਕੇ ਕੋਲ ਰਕਸ਼ੇ ਭਰਵਾਉਂਦੇ ਨੇ ਚਲੇ ਜਾਂਦੇ ਨੇ ਜਿਹੜੇ ਦਿਹਾੜੀ ਜਿਹਨੇ ਦਿਹਾੜੀ ਥੋੜੀ ਹੈ ਉਹ ਵਿਚਾਰੇ ਮੇਰੇ ਤਰਲਾ ਤਾਂ ਯਾਰ ਫੇਰਾ ਭਰਾ ਦੇ ਯਾਰ ਫੇਰਾ ਭਰਵਾ ਦੇ ਤਰਲੇ ਹੈਗਾ ਤੇ ਲੈ ਕੇ ਤੇਰੇ ਤਰਲੇ ਲੈ ਉਹ ਭਾਈ ਦੇ ਤਰਲੇ ਲੈ ਕਰ ਕਰਕੇ ਤਰਲੇ ਤਾਂ ਕਰ ਫੇਰਾ ਭਰੀ ਦਾ ਉਹ 250 ਦਾ 200 ਦਾ ਫੇਰਾ ਲੱਗਦਾ 150 ਦਾ ਪੈਟਰੋਲ ਲੱਗ ਜਾਂਦਾ ਪਿੱਛੇ ਕੀ ਬਚਿਆ 150 ਜੋ ਤੁਸੀਂ ਹਿਸਾਬ ਲਓ ਕਿ ਉਹਦੇ ਚ ਤੁਸੀਂ ਚਾਹ ਪੀਓਗੇ ਨਾ ਚਾਹ ਤੇ ਕਿੰਨੇ ਦੀ ਚਾਹ 60 ਰੁਪਏ ਦੀ ਤੇ ਪਿੱਛੇ ਕੀ ਬਚਦਾ 40 ਰੁਪਏ ਤੇ ਫਿਰ 40 ਹੁਣ 32 ਬਣਾ ਕੇ ਬੰਦਾ ਲੈ ਲਵੇ ਬਸ ਲਗਾ ਵੀ ਲਵੇ। ਕਿੰਨੇ ਬੱਚੇ ਨੇ? ਮੇਰੇ 5 ਬੱਚੇ ਨੇ ਮਾਸ਼ਾ ਟੋਟਲ ਫੈਮਿਲੀ ਮੈਂਬਰ ਕਿੰਨੇ ਨੇ? ਅਸੀਂ 7 ਲੋਕ ਆ 7 ਲੋਕ ਹੈ। ਘਰ ਕਿਰਾਏ ਦਾ ਹੈ ਹਾਂ ਤੇ ਘਰ ਸ਼ਾਮ ਨੂੰ ਰਾਤ ਨੂੰ ਟੋਟਲ ਚਾਹ ਪੀ ਕੇ ਕਿੰਨੇ ਪੈਸੇ ਬਚਾ ਕੇ ਲੈ ਕੇ ਜਾਂਦੇ ਹੋ? ਬਸ ਸ਼ੁਕਰ ਹੈ ਅੱਲਾ ਦਾ ਰੋਟੀ ਦੇ ਦਿੰਦਾ ਸ਼ਾਮ ਨੂੰ ਰਾਤ ਨੂੰ ਦੇ ਦਿੰਦਾ ਸਵੇਰੇ ਫਿਰ ਨਵੀਂ ਤਾਜ਼ੀ ਇਹ ਹਾਲਾਤ ਬੰਦਾ ਇਸ ਦੌਰ 'ਚ ਜਿਹੜਾ ਗਰੀਬ ਆਦਮੀ ਰਕਸ਼ਾ ਚਲਾ ਰਿਹਾ ਨਾ ਉਹ ਕਹੇ ਨਾ ਕਿ ਮੈਂ ਸ਼ਾਮ ਨੂੰ 4000 ਜਾਂ 5000 ਰੁਪਇਆ ਆਪਦੇ ਘਰ ਦੇ ਕੇ ਸੁਬਾਹ ਮੈਂ ਨਿਕਲਾਂ ਤੇ ਮੇਰੀ ਜੇਬ 'ਚ 1500 ਹੋਵੇ ਉਹ ਝੂਠ ਬੋਲ ਕਿਉਂਕਿ ਮੇਰਾ ਆਪਣਾ ਰਕਸ਼ਾ ਇਹ ਰਕਸ਼ਾ ਮੇਰਾ ਆਪਣਾ ਠੀਕ ਹੈ ਉਹ ਮੈਨੂੰ ਮੈਂ ਜੋ 1000-1500 ਰੁਪਇਆ ਮਸੇ ਰੋਤ ਹੋ ਗਏ ਬਚਦਾ ਜਿਹਨੇ ਦਿਹਾੜੀ ਦੇਣੀ 1000-1500 ਰੁਪਏ ਜੇ ਦਿਹਾੜੀ ਵੀ ਦੇਣੀ ਪੈਟਰੋਲ ਵੀ ਪਵਾਉਣਾ ਅੱਲਾ ਨਾ ਕਰੇ ਪੈਂਚਰ ਹੋ ਜਾਏ 150 ਰੁਪਏ ਪੈਂਚਰ ਹੋ ਜਾਏ ਦੱਸੋ ਉਹ ਕਿੰਨੇ ਕੋ ਕਮਾ ਲੇਗਾ ਕੀ ਕਰੇਗਾ। ਇਹ ਜਿਹੜਾ ਕਹਿ ਰਿਹਾ ਨਾ ਕਿ ਉਹ ਇੰਜ ਭਾਈ ਉਹ ਸਹੀ ਕਹਿ ਰਿਹਾ ਉਹਨੂੰ ਤੇ ਕਿ ਦਿਹਾੜੀ ਵੀ ਦੇਣੀ 1000 ਰੁਪਏ ਫਿਰ ਆਪਣੇ ਬੱਚਿਆਂ ਦੇ ਆਪਣੇ ਭੈਣਾਂ ਇਹ ਸ਼ਾਦੀशुदा ਨਹੀਂ ਆਪਣੇ ਭੈਣਾਂ ਭਰਾਵਾਂ ਵਾਸਤੇ ਵਾਲਦੈਨ ਵਾਸਤੇ ਡੈਰੀ ਗਾਲੇ ਕੋ ਚਾਰਾਂ ਨੇ ਲੈ ਜਾਏਗਾ 4 ਦਿਨ ਨਹੀਂ ਲਿਆਏਗਾ ਘਰ ਵਾਲੇ ਧੱਕੇ ਮਾਰ ਕੇ ਚੱਲ ਨਿਕਲ ਜੋ ਸਾਨੂੰ ਨਹੀਂ ਦੇਣਾ ਕੁਛ ਵਾਲਦੈਨ ਨੂੰ ਨਹੀਂ ਦੇਣਾ ਭੈਣਾਂ ਭਰਾਵਾਂ ਨੇ ਕੁਛ ਦੇਣਾ
ਤੇ ਉਹਨਾਂ ਨੇ ਧੱਕੇ ਹੀ ਮਾਰਨੇ, ਹੋਰ ਕੀ ਕਰਨਾ। ਅੱਜ ਦੇ ਟਾਈਮ 'ਚ ਬਹੁਤ ਮੁਸ਼ਕਲ ਹੈ ਭਾਈ। ਇਹ ਦਿਹਾੜੀ ਤੇ ਰਕਸ਼ੇ ਨੇ ਡੇਲੀ 1000 ਰੁਪਇਆ ਇਹਨਾਂ ਦਾ ਕਰਾਇਆ, 400 ਰੁਪਏ ਲੀਟਰ ਪੈਟਰੋਲ ਹੈ ਤੇ ਬਹੁਤ ਮੁਸ਼ਕਲ ਸਵਾਰੀ ਹੈ ਨੇ। ਤੇ ਸਾਰੀ ਗੱਲ ਹੈ ਜਿਨ੍ਹਾਂ ਦੇ ਦੋ ਬੱਚੇ ਨੇ ਘਰ ਕਿਰਾਏ ਤੇ ਆ, ਉਹ ਕਿਵੇਂ ਆਪਣੀ ਜ਼ਿੰਦਗੀ ਬਸਰ ਕਰਨਗੇ, ਬਹੁਤ ਮੁਸ਼ਕਲ ਹੈਗਾ। ਡੇਲੀ ਕਿੰਨੇ ਪੈਸੇ ਕਮਾ ਲੈਂਦੇ ਹੋ? ਡੇਲੀ ਤਕਰੀਬਨ ਜ਼ਿਆਦਾ ਤੋਂ ਜ਼ਿਆਦਾ ਵੀ 2000 ਰੁਪਇਆ ਕੈਸ਼ ਕਰ ਲੈਂਦੇ ਹੋਵਾਂਗੇ, 2500 ਕਰ ਲੈਂਦੇ, ਜਿੰਦੇ ਚੋਂ 1000 ਰੁਪਇਆ ਮਾਲਕਾਂ ਦਾ, ਤਕਰੀਬਨ 700-800 ਰੁਪਏ ਦਾ ਤੇਲ ਹੋ ਜਾਂਦਾ ਤੇ ਉਹ ਬਚਣਾ ਵਾਪਸੀ ਕੀ ਸਾਨੂੰ, ਉਹ 500-600 ਰੁਪਇਆ। ਚਲਾਨ ਵੀ ਹੁੰਦੇ ਮੈਂ ਸੁਣਿਆ? 2-2000 ਰੁਪਏ ਦੇ ਚਲਾਨ ਨੇ। ਹੋ ਜਾਂਦਾ ਭਾਈ 5-5 ਹਜ਼ਾਰ ਦੇ, 3-3 ਹਜ਼ਾਰ ਦੇ। ਅਗਰ ਆਪਣੀ ਇੰਜ ਹੱਥ ਜੋੜੀ ਦੇ ਇਸ ਤਰ੍ਹਾਂ ਸਾਰਜੈਂਟ ਅਗੇ ਇੰਜ ਹੱਥ ਜੋੜੀ ਅੱਲਾ ਮੈਂ ਪਿਓ ਕੇ ਬੰਦਾ ਇੰਜ ਹੱਥ ਜੋੜ ਲਵੇ ਨਾ ਤਾਂ ਪਿਓ ਰਹਿਮ ਕਰ ਜਾਂਦਾ। ਸਾਰਜੈਂਟ ਅਗੇ ਇੰਜ ਹੱਥ ਜੋੜੀ ਦੇ, ਗੋਡੀ ਹੱਥ, ਤੇਰੀ ਮਿਹਰਬਾਨੀ, ਮਾਫੀ ਦੇ ਦੇ। ਉਹ ਕਹਿੰਦਾ ਤੂੰ ਚੜ ਮੇਰੇ, ਐ ਤਾਂ ਹੋਣਾ ਹੀ ਹੋ। 2500 3-3 ਹਜ਼ਾਰ ਰੁਪਏ ਦਾ ਚਲਾਨ, 2-2 ਹਜ਼ਾਰ ਰੁਪਏ ਦਾ ਚਲਾਨ, 2000 ਦਾ ਚਲਾਨ, 100 ਰੁਪਇਆ ਭੈਣ ਲੈਂਦਾ ਜਿਹੜਾ ਤਾਂ ਜਿਹਨੂੰ ਪੈਸੇ ਦੋ, 2100 ਰੁਪਇਆ ਹੋ ਗਿਆ। ਚਲਾਨ ਹੁੰਦਾ ਉਦੋਂ ਕੀ ਕੈਫੀਅਤ ਹੁੰਦੀ ਹੈ, ਕੀ ਜਜ਼ਬਾਤ ਹੁੰਦੇ ਉਦੋਂ ਇਹ ਹੁੰਦਾ ਹੈ ਕਿ ਬੰਦਾ ਪੁਲ ਤੇ ਚੜ ਕੇ ਛਾਲ ਮਾਰ, ਨੇ? ਹੋਰ ਕੁਛ ਨਹੀਂ। ਇਸ ਤੋਂ ਇਲਾਵਾ ਕੀ ਕਰ ਸਕਦਾ ਗਰੀਬ ਆਦਮੀ? ਮੈਨੂੰ ਤੁਸੀਂ ਇਹ ਦੱਸੋ ਕੀ ਕਰ ਸਕਦਾ। ਚਲਾਨ ਹੁੰਦੇ ਕਿਉਂ ਨੇ? ਇਹ ਚਲਾਨ ਭਾਈ ਮਰੀਆਂਵਾਦ ਮਾਸ਼ਾਅੱਲਾ ਅੱਲਾਹ ਭਾਈ ਜ਼ਿੰਦਾਬਾਦ। ਨਹੀਂ ਉਹਦਾ ਕੀ ਕਸੂਰ ਹੈ? ਉਹਦਾ ਇੱਕ ਕਸੂਰ- ਵਾਰਡਨ ਕਰਦੇ ਨੇ ਚਲਾਨ ਦਾ। ਪਾਰਟਨਰ ਨੂੰ ਮਨਾ ਕਰੇ ਨਾ, ਕਿਹਾ ਤੇ ਉਹਨਾਂ ਮਰੀਮ ਰੋਕੇ। ਨਵਾਜ਼ ਨਹੀਂ ਹੈ ਨਾ, ਉਹਨਾਂ ਨੂੰ ਮਨਾ ਕਰੇ ਨਾ। ਆ ਤੁਹਾਡਾ ਮੀਡੀਆ ਦਾ ਕੰਮ ਹੈ, ਮੀਡੀਆ ਦਾ ਕੰਮ ਹੈ। ਤੁਹਾਨੂੰ ਅਗਰ ਮਿਸਾਲ ਤੌਰ ਚੈਨਲ ਵਾਲਾ ਕਹਿੰਦਾ ਕਿ ਬਾਹਰੋਂ ਜਾਓ, ਖਬਰਾਂ ਲੈ ਕੇ ਆਓ, ਗੱਲਬਾਤ ਸੁਣੋ ਗਰੀਬਾਂ ਦੀ, ਮਾੜਿਆਂ ਦੀ, ਉਹਨਾਂ ਦੇ ਇੰਟਰਵਿਊ ਲਵੋ, ਉਹਨਾਂ ਦੇ ਗੱਲਾਂ ਸੁਣੋ, ਉਹਨਾਂ ਦੀ ਕੀ ਕਫੀਅਤ, ਤੇ ਤੁਸੀਂ ਆਉਂਦੇ ਹੋ। ਅਗਰ ਤੁਹਾਨੂੰ ਕਹਿਣ ਚਲੋ ਨਿਕਲੋ, ਕੋਈ ਜ਼ਰੂਰਤ ਨਹੀਂ ਹੈ, ਤੁਸੀਂ ਆਓਗੇ? ਨਹੀਂ ਨਾ ਆਓਗੇ। ਇਹ ਚੱਕਰ ਹੈ ਮਰੀਆਂ ਨਵਾਜ਼ ਅਗਰ ਉਹਨਾਂ ਨੂੰ ਕਵੇ ਤੇ ਭਾਈ ਚਲਾਨ ਤੁਸੀਂ ਨਹੀਂ ਕਰਨਾ, ਅਗਰ ਕਰਨਾ ਵੀ ਹੈ ਨਾ ਕਿਸੇ ਮਾੜੇ ਬੰਦੇ ਦਾ, ਰਕਸ਼ੇ ਵਾਲੇ ਦਾ, ਦਬਦ ਭਈਆ ਰੋਡ ਸ਼ੋਪ ਪਾਇਆ, 200 ਦਾ 300 ਦਾ ਚਲਾਨ ਕੀਤਾ, ਚਲੋ ਇਹਨੇ ਬੰਦਾ ਬਰਦਾਸ਼ਤ ਵੀ ਕਰ, ਠੀਕ ਹੈ। ਹੁਣ ਇਹ ਬੱਚੇ 1000 ਰੁਪਏ 1500 ਦਿਹਾੜੀ ਦੇ, ਇਹਦੇ ਚਲਾਨ ਹੋਏ ਉਹ ਬਾਹਰ ਤੇ 2000 ਰੁਪਏ ਦਾ, ਇਹ ਤਾਂ ਦੇਵੇਗਾ ਜਾਂ ਰਕਸ਼ਾ ਬੰਦ ਕਰਵਾਏਗਾ ਜਾਂ ਫਿਰ ਚਲਾਨ ਦੇ। ਅਗਰ ਰਕਸ਼ਾ ਬੰਦ ਹੋਏਗਾ ਤਾਂ 5000 ਦਾ ਖਰਚਾ, ਤੇ ਜੇ ਨਹੀਂ ਚਲਾਨ ਵਕਤੀ ਤੌਰ ਤਾਰੇਗਾ, ਭਾਵੇਂ ਕਿਸੇ ਕੋਲੋਂ ਪੜੇ, ਭਾਵੇਂ ਕਿਸੇ ਤਰਲੇ ਲਵੇ, ਕਰ ਕਰਾ ਕੇ ਤਾਰ ਕਹੇਗਾ 2100 ਰੁਪਏ ਦਾ ਖਰਚਾ, ਉਹ ਕੌਣ ਦੇਗਾ? ਕੋਈ ਨਹੀਂ, ਮਾਲਕ ਨਹੀਂ ਦੇਗਾ, ਇਹੀ ਭਰੇਗਾ, ਇੱਕ ਤੋਂ ਦੇਗਾ। ਕਦੀ ਇਸ ਤਰ੍ਹਾਂ ਹੋਇਆ ਜੇ ਕਿ ਤੁਸੀਂ ਤੁਹਾਡਾ ਚਲਾਨ ਹੋ ਗਿਆ, ਤੁਹਾਡੇ ਕੋਲੇ ਪੈਸੇ ਨਾ ਹੋਣ ਤੇ ਫਿਰ ਕੀ ਕਰਦੇ ਹੋ? ਫਿਰ ਹੋਣ ਵਾਲਾ ਕੰਮ ਭਾਈ। ਮੇਰੇ ਕਿਤੇ ਹੋਇਆ ਇੱਥੇ ਚਲਾਨ, ਅਕਸਰ ਹੋ ਜਾਂਦਾ ਇਸ ਤਰ੍ਹਾਂ। ਮੇਰਾ ਇੱਥੇ ਚਲਾਨ ਹੋਇਆ ਇੱਥੇ 2000 ਰੁਪਏ ਦਾ, ਮੇਰੀ ਜੇਬ 'ਚ ਸੀ 1000 ਰੁਪਇਆ। ਮੈਂ ਸੋਚਿਆ ਕਿ ਮੇਰੇ ਕੋਲ 1500 ਰੁਪਇਆ, ਉਹ ਮੈਂ ਨਾ ਆਪਣੇ ਕੋਲ 1500 ਗਿਆ ਨਾ, ਪੁੱਛਣ ਨਹੀਂ ਹੈਗਾ, ਉਹਦੇ ਕੋਲ 500 ਰੁਪਇਆ ਬੜਾ। ਮੈਂ ਕਿਹਾ ਯਾਰ 500 ਰੁਪਇਆ ਦੇ, ਉਹਨੇ ਫਿਰ 500 ਦਾ, ਮੈਂ ਦੁਕਾਨ ਤੇ ਗਿਆ ਨਾ, ਉਹ ਕਹਿੰਦਾ ਚਾਚਾ ਇਹ 1500 ਹੈ, 600 ਹੋਰ ਦੇ। ਉਹ 600 ਉਹਨੇ ਉਧਾਰ ਕੀਤਾ, ਉਹ ਵੀ ਉਸ ਬੰਦੇ ਨੇ ਲਿਆ ਜਿਹਦੇ ਕੋਲ 1500 ਬੜਿਆ, ਉਹਦੇ ਕੋਲ ਲਿਆ, ਫਿਰ ਉਹਨੂੰ ਦਿੱਤਾ, ਦੇ ਕੇ ਫਿਰ ਤਰਲਾ ਕਰਕੇ ਫਿਰ ਦੂਸਰੇ ਦਿਨ ਉਹਨੂੰ ਪੈਸੇ ਦਿੱਤੇ। ਇਹ ਹਾਲਾਤ ਨੇ ਭਾਈ ਮੇਰੇ। ਇਹ ਤਾਂ ਮਰੀਆਂ ਨਵਾਜ਼ ਕਰੇ ਤੇ ਫੇਰ ਹੀ, ਅਗਰ ਨਹੀਂ ਇਨਸ਼ਾਅੱਲਾ ਤਾਲਾ ਜਿਵੇਂ ਸਾਡਾ ਖਾਣਾ ਖਰਾਬ ਹੋ ਰਿਹਾ ਹੋਣਾ ਇਹਨਾਂ ਦਾ ਵੀ ਇੰਝ ਹੀ, ਭਾਵੇਂ ਸੁਣ ਲੈਣ, ਸਾਡਾ ਕੀ ਗੱਲ ਹੈ, ਕੁਛ ਨਹੀਂ ਕਰ ਸਕਦੇ। ਤਾਂ ਹੋਵੇ ਨਾ ਕਿ ਸਾਡਾ ਸੁਣਨਾ ਕੁਛ ਦੇਖੋ, ਕਦੀ ਇਸ ਤਰ੍ਹਾਂ ਹੋਇਆ ਹੋਵੇ ਕਿ ਸਾਰਾ ਦਿਨ ਕੰਮ ਕੀਤਾ ਹੋਵੇ, ਚਲਾਨ ਹੋ ਗਿਆ, ਪੈਟਰੋਲ ਪਵਾਇਆ, ਸ਼ਾਮ ਨੂੰ ਘਰ ਗਏ ਹੋ, ਕਿਸੇ ਬੱਚੇ ਨੇ ਕਿਹਾ ਹੋਵੇ ਅੱਬੂ ਜੀ ਅੱਜ ਤੇ ਮੈਨੂੰ ਇੰਨਾ 500 ਚਾਹੀਦਾ, 1000 ਚਾਹੀਦਾ, ਪੈਸੇ ਨਾ ਜੇਬ 'ਚ ਹੋਏ ਹੋਣ, ਤੇ ਫਿਰ ਕੀ ਕੈਫੀਅਤ ਹੁੰਦੀ ਹੈ? ਫਿਰ ਕੀ ਸੋਚਦੇ ਹੋ, ਕੀ ਕਰਦੇ ਹੋ? ਕੀ ਸੋਚ ਰਹੇ ਹੋ? ਗਰੀਬ ਆਦਮੀ ਕੀ ਸੋਚ ਸਕਦਾ? ਫਿਰ ਬੱਚੇ ਦੀ ਮਿਹਨਤ ਹੀ ਕਰ ਸਕਦਾ ਕਿ ਬੇਟਾ ਅੱਜ ਦੇ ਦਿਨ ਸਬਰ ਕਰੋ, ਅੱਲਾ ਦਾ ਸ਼ੁਕਰ ਅਦਾ ਕਰੋ ਕਿ ਆ ਗਏ ਖੈਰ ਸਲਾਮ, ਤੇ ਦੁਆ ਕਰੋ ਕਿ ਅੱਲਾਹ ਤਾਲਾ ਉਹ ਹੁਕਮਰਾਨਾਂ ਦੇ ਸਿਰ ਰਹਿਮ ਕਰੇ ਤੇ ਸਾਡੇ ਹਾਲ ਤੇ ਵੀ ਅੱਲਾ ਦੀ ਇਜਾਜ਼ਤ ਤੁਹਾਡੀਆਂ ਕਰੇ। ਅੱਖਾਂ 'ਚੋਂ ਆਂਸੂ ਆ ਗਏ ਨੇ ਬਜ਼ੁਰਗੋ। ਬਸ ਫਿਰ ਇੰਝ ਹੀ ਹੈ ਨਾ, ਅੱਲਾ ਅੱਜ ਦੇ ਗਏ ਨੇ। ਸਾਰੀ ਉਮਰ ਇਹ ਰਿਕਸ਼ਾ ਚਲਾਇਆ ਜੇ? ਨਹੀਂ, ਹਾਂ, ਹੋਰ ਕੀ ਕਰਦੇ ਰਹੇ ਹੋ? ਮੈਂ ਵੀ ਪਹਿਲੇ ਜਿਹੜਾ ਨਾ ਅਖਬਾਰ ਦਾ ਕੰਮ ਕਰਦਾ ਸੀ। ਅੱਛਾ, ਅਖਬਾਰ ਦਾ ਕੰਮ ਸਹੀ ਸੀ ਜਾਂ ਰਿਕਸ਼ਾ ਸਹੀ ਹੈ? ਜਦੋਂ ਵਕਤ ਸੀ ਨਾ ਅਖਬਾਰ ਦਾ, ਉਦੋਂ ਅਖਬਾਰ ਦਾ ਕੰਮ ਠੀਕ ਸਮਝੋ। ਹੁਣ ਅਖਬਾਰੀ ਕੰਮ ਜਿਹੜੇ ਨਾ ਉਹ ਜ਼ਲਾਲਤ ਹੈ। ਹਾਂਜੀ, ਕਿਉਂਕਿ ਅਖਬਾਰ ਵਿਕਦਾ ਨਹੀਂ ਹੈ, ਨੈਟ ਦਾ ਦੌਰ ਹੈ, ਇਹਦੇ ਕੋਲ ਮੋਬਾਈਲ, ਉਹਦੇ ਕੋਲ ਮੋਬਾਈਲ, ਹਰ ਬੰਦੇ ਕੋਲ ਮੋਬਾਈਲ, ਠੀਕ ਹੈ। ਜੋ ਵੀ ਕੰਮ ਹੈ ਅਗਲੇ ਨੈਟ ਤੋਂ ਵੇਖ ਲਓ। ਉਦੋਂ ਨੈਟ ਨਹੀਂ ਆਇਆ ਸੀ, ਮੋਬਾਈਲ ਨਹੀਂ ਆਇਆ ਸੀ, ਘੱਟ ਹੈਗਾ ਸੀ, ਬੜੇ ਬੜੇ ਲੋਕਾਂ ਕੋਲ ਆਇਆ ਸੀ, ਵੱਡੇ ਵੱਡੇ ਲੋਕਾਂ। ਉਦੋਂ ਅਖਬਾਰ ਦਾ ਕੰਮ ਆਇਆ ਸੀ, ਉਹ ਅਖਬਾਰ ਦਾ ਵਕਤ ਉਦੋਂ ਠੀਕ ਸੀ, ਲੇਕਿਨ ਹੁਣ ਨਹੀਂ ਸੀ। मैं 30 साल नौकरी की थी अखबार की। सब तो पहले मैं खबरें से काम की, उस बार रोजाना मैं दिन अखबार आया,
ਉਹਦੇ 'ਚ ਕੀਤਾ। ਫਿਰ ਚੁਨਾव ਅਖਬਾਰ ਆ, ਅਜੇ ਵੀ ਮਾੜਾ ਮੋਟਾ ਚੱਲ ਰਿਹਾ। ਨੁਆਏ ਵਕਤ 'ਚ ਕੰਮ ਕੀਤਾ। ਐਂਡ ਮੈਂ ਖਬਰੇ 'ਚ ਕੀਤਾ, ਫਿਰ ਮੈਂ ਛੱਡ ਦਿੱਤਾ। ਫਿਰ ਤਨਖਾਹਾਂ ਲੈ ਗੱਲ 4-4 ਮਹੀਨੇ ਤਨਖਾਹਾਂ ਨਹੀਂ ਦਿੰਦੇ ਸੀ। ਤਨਖਾਹ ਲਈ 2 ਮਹੀਨੇ ਦੀ ਇਕੱਠੀ ਤਨਖਾਹ ਮਿਲੀ। ਤਨਖਾਹ ਲੈ ਕੇ ਲੂਟ ਮਾਰਿਆ, ਘਰ ਆ ਗਿਆ। ਮੈਂ ਕਿਹਾ ਪਰੇ ਭਾਈ ਤਰਲੇ ਲੈਂਦੇ ਨੇ, ਆਇਆ ਮੈਂ ਕਿਹਾ ਨਹੀਂ ਜਾ, ਪੈਸੇ ਹੀ ਨਹੀਂ ਮਿਲਨੇ। ਕੀ ਕੰਮ ਕਰਦੇ ਤੁਸੀਂ ਅਖਬਾਰ? ਮੈਂ ਅਖਬਾਰ ਪ੍ਰਿੰਟ ਕਰਦਾ, ਪ੍ਰਿੰਟ? ਮਸ਼ੀਨ ਆਪਰੇਟਰ। ਹਾਂਜੀ। ਤੁਸੀਂ ਏਡਾ ਅਹਿਮ ਕੰਮ ਕਰਦੇ ਰਹੇ ਹੋ ਤੇ ਜ਼ਿੰਦਗੀ ਨੇ ਇਹ ਸਿਲਾ ਦਿੱਤਾ ਤੁਹਾਨੂੰ? ਨਹੀਂ, ਜ਼ਿੰਦਗੀ ਦੇ ਅੰਦਰ ਕੋਈ ਕਸੂਰ ਨਹੀਂ। ਕਿਹਦਾ ਕਸੂਰ ਹੈ ਫਿਰ? ਇਹ ਵਕਤ ਦਾ ਕਸੂਰ ਹੈ, ਹੁਕਮਰਾਨਾਂ ਦਾ, ਵਕਤ ਦਾ, ਹਾਲਾਤ ਦਾ। ਕਿਹੜਾ ਹੁਕਮਰਾਨ ਜ਼ਿੰਮੇਦਾਰ ਹੈ ਤੁਹਾਡੇ ਨਾਲ ਇਹ ਸਾਰਾ ਕੁਝ ਹੋਣ ਦਾ? ਸਭ ਤੋਂ ਬੈਸਟ ਹੁਕਮਰਾਨ ਜਿਹੜਾ ਆਇਆ ਸੀ ਨਾ ਮੇਰੀ ਲਾਈਫ ਜ਼ਿੰਦਗੀ 'ਚ, ਉਹ ਸੀ ਜਰਨਲ ਸਿਆ। ਹਾਂਜੀ, ਬਾਹ ਬਾਗ ਰੱਖੀ ਸੀ ਹਰ ਇੱਕ ਦੇ। ਮਜਾਲ ਕੀ ਜੀ, 10 ਰੁਪਏ, 10 ਤਾਂ ਬਹੁਤ ਜ਼ਿਆਦਾ, 1 ਰੁਪਈਆ ਜਿਹੜਾ ਨੇ, 1 ਰੁਪਈਆ ਉਹ ਨਹੀਂ ਵਧਿਆ ਸੀ। ਉਹਨੇ 12 ਸਾਲ ਕੇ 11 ਸਾਲ हुकूमत की थी, ਉਹਨੇ ਸਹੀ ਡੰਡੇ ਦੌੜਦੇ ਸੀ। ਬਾਕੀ ਜਿੰਨੇ ਵੀ ਆਏ ਨੇ ਸਾਰੇ ਆਏ, ਲੁੱਟਣ ਵਾਲੇ ਆਏ, ਕੋਈ ਮੁਲਕ ਨੂੰ ਸਵਾਰਨ ਵਾਲਾ ਨਹੀਂ ਆਇਆ। ਨਵਾਜ਼ ਸ਼ਰੀਫ ਹੈ, ਉਹਨੇ ਉਸ ਤੋਂ ਵੱਡਾ ਰਿਸ਼ਤਾ ਦਿੱਤਾ, ਸਮਝੇ। ਹੁਣ ਫਿਰ ਉਹਨਾਂ ਦੀ ਹੁਕੂਮਤ, ਫਿਰ ਉਹ ਨਵਾਜ਼ ਸ਼ਰੀਫ ਵਰਗੇ ਇਲੈਕਸ਼ਨ ਜਿੱਤ ਕੇ ਆਏ। ਤੇਰੇ ਕੋਲ ਵੋਟ ਲਿਆ, ਇਹਦੇ ਕੋਲ ਲਿਆ, ਤੇਰੇ ਕੋਲ ਲਿਆ, ਉਹਦੇ ਕੋਲ ਲਿਆ, ਕਿਸੇ ਕੋਲ ਨਹੀਂ ਲਿਆ। ਉਹ ਭਾਈ ਅਗਲੇ ਦੇ ਸੰਦੂਕੜੀਆਂ ਪੇਟੀਆਂ ਭਰੀਆਂ ਪਈਆਂ। ਜਾ ਮਾਡਲ ਟਾਊਨ, ਉਹਨਾਂ ਦਾ ਘਰ ਵੇ, ਤਹਿਖਾਨੇ ਵੇ, ਕੁੜੀ ਐਡੇ ਐਡੇ ਟਰਨਕ ਭਰੇ ਪਏ, ਪੇਟੀਆਂ ਭਰੀਆਂ ਕਾਹਦੀਆਂ? ਸ਼ਨਾਖਤੀ ਕਾਰਡਾਂ ਦੀਆਂ। ਉੱਥੇ ਸਟੈਂਪ ਲਾ ਦੇ, ਉਹ ਪਈ ਨਾਲੇ ਇਲੈਕਸ਼ਨ ਲੜਦੇ ਕਿਹੜਾ, ਕਾਹਦੇ ਵਾਸਤੇ ਇਲੈਕਸ਼ਨ ਲੜਦੇ, ਦੱਸੋ ਨਾ ਮੈਨੂੰ। ਤੁਸੀਂ ਦੱਸੋ। ਹੁਕਮਰਾਨ ਸਰਬਰਾਹ ਤੁਹਾਨੂੰ ਬਣਾਤਾ ਇਸ ਚੌਕ ਦਾ ਕਿ ਤੁਸੀਂ ਸਰਬਰਾਹ ਹੋ। ਜਦੋਂ ਤੁਸੀਂ ਸਰਬਰਾਹ ਬਣ ਗਏ, ਤੁਹਾਡਾ ਕੰਮ ਹੈ ਗਿਆ ਮੇਰੇ ਤੋਂ ਤਗੜਾ ਹੈ। ਅਮੀਰ ਆਦਮੀ, ਮੈਂ ਗਰੀਬ ਆਇਆ, ਤਗੜਾ ਹੈ। ਤੁਸੀਂ ਸਰਬਰਾਹ ਹੋ, ਤੁਹਾਡਾ ਕੰਮ ਹੈ 2 ਬੰਦੇ ਦੀ ਗੱਲ ਸੁਣ ਲਓ। ਬਣਦਾ ਹੱਕ ਚ ਨਹੀਂ ਹਾਂਜੀ ਹੈ ਨਾ। ਜਿਹੜਾ ਗਲਤ ਹੈ ਉਹਨੂੰ ਗਲਤ ਕਹੋ, ਜਿਹੜਾ ਸਹੀ ਹੈ ਉਹਨੂੰ ਸਹੀ ਕਹੋ। ਐ ਨਹੀਂ ਹੈਗਾ ਤਗੜਾ ਚੱਲ ਤੂੰ ਤੇ ਕਾਹਦੇ ਤੂੰ ਹੁਕਮਰਾਨ, ਮੇਰੇ ਹੁਕਮਰਾਨ ਕਿਸ ਚੀਜ਼ ਦਾ ਦੱਸੋ ਨਾ ਮੈਨੂੰ। ਹੁਕਮਰਾਨ ਕੋਈ ਨਹੀਂ। ਇਮਰਾਨ ਖਾਨ ਨੇ ਕਿਹਾ ਸੀ 2 ਕਾਨੂੰਨ, ਨਵਾਜ਼ ਸ਼ਰੀਫ? ਅਸੀਂ ਤਾਂ ਕਿਸੇ ਦੀ ਭੈਣ ਨੂੰ ਨਹੀਂ ਦਿੰਦੇ ਹੀ ਨਹੀਂ, ਮਰੀਮ ਨੂੰ ਕਿਸੇ ਨੂੰ ਵੀ ਨਹੀਂ ਦਿੰਦੇ। ਮਰੀਮ ਸਾਡੀ ਕੀ ਲੱਗਦੀ? ਅਗਰ ਮਰੀਮ ਕਹੇ ਮੈਂ ਮਹਿੰਗਾਈ ਘੱਟ ਕਰ ਦਾਂਗੀ, ਮਰੀਮ ਨੂੰ ਵੋਟ ਦਿਓਗੇ? ਕਦੀ ਵੀ ਨਹੀਂ ਦਿਆਂਗੇ। ਕਿਉਂ? ਸਵਾਲ ਹੀ ਨਹੀਂ ਪੈਦਾ। ਨਵਾਜ਼ ਸ਼ਰੀਫ ਨੂੰ ਕਦੀ ਵੀ ਨਹੀਂ, ਕਿਸੇ ਨੂੰ ਵੀ ਨਹੀਂ ਕਿਹਨੂੰ ਵੋਟ ਦਿੱਤੇ? ਅਸੀਂ ਕਿਸੇ ਨੂੰ ਦੇਣਾ ਹੀ ਨਹੀਂ। ਪੈਸੇ ਪਾੜ ਕੇ ਸੁੱਟ ਦਿਆਂਗੇ, ਦੇਣਾ ਨਹੀਂ। ਕਿਉਂ ਇੰਨਾ ਗੁੱਸਾ? ਉਹ ਕਰਦੇ ਕੀ ਨੇ ਸਾਡੇ ਵਾਸਤੇ? ਕੀ ਕੀਤਾ ਨੇ ਦੱਸਣ ਨੇ? ਗਰੀਬ ਬੰਦੇ ਵਾਸਤੇ ਕੀ ਕੀਤਾ ਨੇ ਦੱਸ। ਮੁਲਕ ਚਲਾ ਰਹੇ ਨੇ। ਕੀ ਮੁਲਕ ਚਲਾ? ਭੈਣ ਮੁਲਕ ਚਲਾਉਣ ਕੋਈ ਹੋਰ ਆ ਜਾਏਗਾ, ਇਹਨਾਂ ਤਾਂ ਕੋਈ ਹੋਰ ਵੱਧ ਆ ਜਾਏਗਾ। ਕੀ ਸਮਝ, ਉੱਤੋਂ ਕਰਪਸ਼ਨ ਸ਼ੁਰੂ ਹੁੰਦਾ ਹੈ, ਉੱਤੋਂ ਕਰਪਸ਼ਨ ਲੱਭਣੀ ਚੱਲਦੀ ਥੱਲੇ ਤੱਕ ਆ ਜਾਏ, ਸਮਝ। ਆ ਮੁਲਕ ਹੀ ਕਰਪਸ਼ਨ ਦਾ ਜਿੱਥੇ ਹੋਣਾ ਕੀ। ਹੈਲੋ ਜੀ, ਬਜ਼ੁਰਗਾਂ ਨੇ ਬੜੀਆਂ ਖਰੀਆਂ ਗੱਲਾਂ ਕੀਤੀਆਂ ਤੇ ਸੱਚੀਆਂ ਗੱਲਾਂ ਕੀਤੀਆਂ ਨੇ। ਹੈਗੇ ਨੇ ਕਰਪਸ਼ਨ ਵਾਲੇ ਤੇ ਥੱਲੇ ਵਾਲੇ ਤਾਂ ਕਹਿੰਦੇ ਭੈਣ ਨੂੰ ਜੋ ਵੱਡੋ। ਉਹ ਇੱਥੇ ਰਕਸ਼ਿਆਂ ਵਾਲੇ ਜਿਹੜੇ ਨੇ ਉਹ ਨਹੀਂ ਸਾਨੂੰ, ਉਹ ਨਹੀਂ ਸਾਲ ਹੈ ਫੇਰਾ ਨਹੀਂ ਭਰਨ ਦਿੰਦੇ ਕਿ ਨਵਾਜ਼ ਸ਼ਰੀਫ ਤਾਂ ਬਹੁਤ ਦੂਰ ਦੀ ਗੱਲ। ਹੈਲੋ ਜੀ, ਉਹਨਾਂ ਨੇ ਕਿਹਾ ਕਿ ਜਿਹੜਾ ਪੱਟੋ ਉਹੀ ਲਾਲ, ਜਿਹਨੂੰ ਦੇਖੋ ਉਹੀ ਇੱਥੇ ਯਜ਼ੀਦ ਬਣਿਆ ਹੋਇਆ ਜੇ। ਹਰ ਬੰਦਾ ਇੱਥੇ ਆਪਣੀ ਜਿਹੜਾ ਜਿੰਨਾ ਉਹਨੂੰ ਉਹਦਾ ਮਿਲਿਆ ਹੋਇਆ ਉਸ ਹਿਸਾਬ ਦੇ ਨਾਲ ਉਹ ਲੁੱਟਮਾਰ ਕਰ ਰਿਹਾ ਜੇ। ਬਜ਼ੁਰਗਾਂ ਨੇ ਬੜੀਆਂ ਤਲਖ ਗੱਲਾਂ ਕੀਤੀਆਂ ਨੇ